ਹੈਲੋ ਫਰੈਂਡਸ, ਅੱਜ ਸਾਡੇ ਜਿਹੜਾ ਪੜ੍ਹਨ ਦਾ ਵਿਸ਼ਾ ਹੈਗਾ ਉਹ ਹੈਗਾ ਚੈਪਟਰ 7 ਹੈ ਸਾਡੇ ਕੋਲ CRPC ਦਾ, ਜਿਹਦੇ ਵਿੱਚ ਕਿ ਅਸੀਂ ਅੱਜ ਇਹ ਪੜ੍ਹਾਂਗੇ। ਚੈਪਟਰ ਏ ਦੇ ਵਿੱਚ ਪਾਰਟ ਏ ਆ ਜਾਂਦਾ ਜੀ, ਜਿਹਦੇ ਵਿੱਚ ਅਸੀਂ ਇਹ ਪੜ੍ਹਾਂਗੇ ਕਿ ਕਿਸ ਤਰੀਕੇ ਦੇ ਨਾਲ ਅਗਰ ਕਿਸੇ ਵਿਅਕਤੀ ਦੇ ਕੋਲ ਕੋਈ ਚੀਜ਼ ਜਾਂ ਕੋਈ ਦਸਤਾਵੇਜ਼ ਹੋਵੇ ਤਾਂ ਉਹਨੂੰ ਕੋਰਟ ਜਾਂ ਕੋਈ ਹੋਰ ਜਿਹੜੀ ਅਥਾਰਟੀ ਹੈਗੀ ਹੈ ਕਿਸ ਤਰ੍ਹਾਂ ਨੂੰ ਮਜਬੂਰ ਕਰ ਸਕਦੀ ਹੈ ਪੇਸ਼ ਕਰਨ ਵਾਸਤੇ। ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਹੈਗਾ ਜੀ ਚੈਪਟਰ 7 ਪ੍ਰੋਸੈਸ ਟੂ ਕੰਪੈਲ ਦੀ ਪ੍ਰੋਡਕਸ਼ਨ ਆਫ ਥਿੰਗਸ। ਕਿਸ ਤਰੀਕੇ ਨਾਲ ਤਲਬੀਨਾਮਾ ਕਰਕੇ ਮਜਬੂਰ ਕੀਤਾ ਜਾ ਸਕਦਾ ਹੈ ਅਗਰ ਕਿਸੇ ਕੋਲ ਕੋਈ ਵੀ ਚੀਜ਼ ਜਾਂ ਕੋਈ ਦਸਤਾਵੇਜ਼ ਹੋਵੇ। ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਅੱਜ ਪਾਰਟ ਏ ਹੈ ਜੀ, ਸਮਨਸ ਟੂ ਪ੍ਰੋਡਿਊਸ। ਸੰਮਨ ਜਾਰੀ ਕੀਤੇ ਜਾਣਗੇ ਕਿਸੇ ਵੀ ਚੀਜ਼ ਨੂੰ ਪੇਸ਼ ਕਰਨ ਵਾਸਤੇ। ਤੇ ਇਹਦੇ ਵਿੱਚ ਅਸੀਂ ਸੈਕਸ਼ਨ 91 ਅਤੇ 92 ਜਿਹੜਾ 91 ਐਂਡ 92 ਅਸੀਂ ਅੱਜ ਡਿਸਕਸ ਕਰਾਂਗੇ। ਤੇ ਸਭ ਤੋਂ ਪਹਿਲਾਂ ਜਿਹੜਾ ਸੈਕਸ਼ਨ ਸਾਡੇ ਕੋਲ ਆਉਂਦਾ 91 ਸੈਕਸ਼ਨ ਹੈ ਜੀ। ਇਸ ਦੇ ਤਹਿਤ ਕਿਹਾ ਗਿਆ ਜੀ ਕਿ ਸਮਨਸ ਟੂ ਪ੍ਰੋਡਿਊਸ ਡਾਕੂਮੈਂਟ ਔਰ ਥਿੰਗਸ। ਸੰਮਨ ਜਾਰੀ ਕਰਨੇ ਕਿਸੇ ਚੀਜ਼ ਨੂੰ ਜਾਂ ਕੋਈ ਦਸਤਾਵੇਜ਼ ਪੇਸ਼ ਕਰਨ ਵਾਸਤੇ। ਤਾਂ ਸਬ ਸੈਕਸ਼ਨ 1 ਹੈ ਜੀ ਸਾਡੇ ਕੋਲ, ਕਹਿੰਦਾ ਵੈਨ ਐਵਰ ਐਨੀ ਕੋਰਟ, ਜਦੋਂ ਵੀ ਕੋਈ ਕੋਰਟ ਔਰ ਐਨੀ ਆਫਿਸਰ ਇੰਚਾਰਜ ਆਫ ਏ ਪੁਲਿਸ ਸਟੇਸ਼ਨ, ਜਾਂ ਪੁਲਿਸ ਸਟੇਸ਼ਨ ਦਾ ਕੋਈ ਅਗਰ ਇੰਚਾਰਜ ਹੈਗਾ, ਕੰਸੀਡਰਸ that the production of any document or other thing is necessary। ਕਹਿੰਦਾ ਜਦੋਂ ਇਹ ਵਿਚਾਰ ਕਰਦਾ ਹੈ ਕਿ ਕੋਈ ਵੀ ਡਾਕੂਮੈਂਟ ਦਸਤਾਵੇਜ਼ ਜਿਹੜਾ ਹੈਗਾ ਜਾਂ ਕੋਈ ਜਿਹੜੀ ਚੀਜ਼ ਹੈਗੀ ਆ ਉਹ ਜ਼ਰੂਰੀ ਹੈਗੀ ਆ ਔਰ ਡਿਜ਼ਾਇਰੇਬਲ ਫਾਰ ਦਾ ਪਰਪਸ ਆਫ ਐਨੀ ਇਨਵੈਸਟੀਗੇਸ਼ਨ, ਇਨਕੁਆਰੀ, ਟਰਾਇਲ ਔਰ ਅਦਰ ਪ੍ਰੋਸੀਡਿੰਗਸ ਅੰਡਰ ਦਿਸ ਕੋਡ। ਇਸ CRPC ਦੇ ਥੱਲੇ ਕੋਡ ਦੇ ਤਹਿਤ ਬਹੁਤ ਜ਼ਰੂਰੀ ਹੈ ਤਾਂ ਉਹ ਜਿਹੜੀ ਵੀ ਅਦਾਲਤ ਜਾਂ ਜਿਸ ਦੇ ਵਿੱਚ ਕੋਈ ਮੁਕੱਦਮਾ ਚੱਲ ਰਿਹਾ ਹੈ ਜਾਂ ਕੋਈ ਇਨਕੁਆਰੀ ਚੱਲ ਰਹੀ ਹੈ ਜਾਂ ਕੋਈ ਕੋਰਟ ਦੀਆਂ ਅਗਰ ਕੋਈ ਪ੍ਰੋਸੀਡਿੰਗਸ ਚੱਲ ਰਹੀਆਂ ਹਨ ਤਾਂ ਉੱਥੋਂ ਦਾ ਉਹ ਜਿਹੜਾ ਅਫਸਰ ਹੋਏਗਾ, ਸੱਚ ਕੋਰਟ ਮੇ ਇਸ਼ੂ ਏ ਸਮਨਸ, ਤਾਂ ਉਹ ਇੱਕ ਸੰਮਨ ਜਾਰੀ ਕੀਤੇ ਜਾਣਗੇ ਕੋਰਟ ਵੱਲੋਂ। ਸੱਚ ਕੋਰਟ ਮੇ ਇਸ਼ੂ ਸਮਨਸ ਔਰ ਸੱਚ ਆਫਿਸਰ ਏ ਰਿਟਨ ਆਰਡਰ, ਜਾਂ ਜਿਹੜਾ ਕੋਈ ਅਫਸਰ ਹੋਏਗਾ ਉਹ ਇੱਕ ਲਿਖਤੀ ਹੁਕਮ ਜਾਰੀ ਕਰੇਗਾ ਟੂ ਦੀ ਪਰਸਨ ਇਨ ਹੂਜ਼ ਪੋਜੈਸ਼ਨ ਔਰ ਪਾਵਰ ਸੱਚ ਡਾਕੂਮੈਂਟ, ਉਸ ਵਿਅਕਤੀ ਨੂੰ ਜਿਸ ਵਿਅਕਤੀ ਦੇ ਕਬਜ਼ੇ ਦੇ ਵਿੱਚ ਉਹ ਦਸਤਾਵੇਜ਼ ਜਾਂ ਕੋਈ ਚੀਜ਼ ਹੈ ਜਾਂ ਉਹਦੀ ਸ਼ਕਤੀ ਦੇ ਕੋਲ, ਉਹਦੀ ਜਿੱਥੇ ਪਾਵਰ ਹੈਗੀ ਆ ਉਹਦੇ ਕੋਲ ਉਹ ਚੀਜ਼ ਹੈਗੀ, ਡਾਕੂਮੈਂਟ ਉਹਦੀ ਪਹੁੰਚ ਤੱਕ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਹੈ ਉਸ ਵਿਅਕਤੀ ਕੋਲ। ਔਰ ਥਿੰਗ ਇਜ਼ ਬਿਲੀਵਡ ਟੂ ਵੀ, ਵਿਸ਼ਵਾਸ ਕੀਤਾ ਜਾਏਗਾ, ਰਿਕੁਆਇਰਿੰਗ ਹਿਮ ਟੂ ਅਟੈਂਡ ਐਂਡ ਪ੍ਰੋਡਿਊਸ ਇਟ। ਇਹ ਉਹਦੇ ਕੋਲ ਇਹਨੂੰ ਕਿਹਾ ਜਾਏਗਾ ਕਿ ਉਹ ਆ ਕੇ ਹਾਜ਼ਰ ਹੋਵੇ ਅਤੇ ਜਿਹੜਾ ਦਸਤਾਵੇਜ਼ ਜਾਂ ਕੋਈ ਚੀਜ਼ ਉਹਨੂੰ ਪੇਸ਼ ਕਰੇ। ਔਰ ਟੂ ਪ੍ਰੋਡਿਊਸ ਇਟ ਐਟ ਦੀ ਟਾਈਮ ਐਂਡ ਪਲੇਸ ਸਟੇਟਡ ਇਨ ਦੀ ਸਮਨਸ ਔਰ ਆਰਡਰ। ਜੋ ਸੰਮਨ ਜਾਂ ਕੋਈ ਹੁਕਮ ਅਗਰ ਜਾਰੀ ਕੀਤਾ ਗਿਆ ਹੈ ਤਾਂ ਉਹਦੇ ਵਿੱਚ ਜੋ ਲਿਖਤੀ ਸਮਾਂ ਅਤੇ ਥਾਂ ਦੱਸੀ ਗਈ ਹੈ ਉਸ ਵਿਅਕਤੀ ਨੂੰ ਕਿਹਾ ਜਾਏਗਾ ਕਿ ਉਹ ਉੱਥੇ ਆ ਕੇ ਪੇਸ਼ ਕਰੇ। ਤਾਂ ਕਹਿਣ ਦਾ ਮਤਲਬ ਇੱਥੇ ਸਾਡੇ ਕੋਲ ਸਬ ਸੈਕਸ਼ਨ ਦਾ ਇਹੀ ਹੈ ਜੀ ਕਿ ਅਗਰ ਕਿਸੇ ਵਿਅਕਤੀ ਦੇ ਕੋਲ ਕੋਈ ਕਾਗਜ਼, ਦਸਤਾਵੇਜ਼ ਜਾਂ ਕੋਈ ਚੀਜ਼ ਇਹੋ ਜਿਹੀ ਹੈਗੀ ਆ ਜਿਹੜੀ ਕਿ ਕੋਰਟ ਨੂੰ, ਪੁਲਿਸ ਸਟੇਸ਼ਨ ਇੰਚਾਰਜ ਦਾ ਜੋ ਇੰਚਾਰਜ ਹੈਗਾ ਉਸ ਅਫਸਰ ਨੂੰ ਕੋਈ ਲੋੜ ਹੈਗੀ ਆ ਕਿਸੇ ਇਨਕੁਆਰੀ ਵਿੱਚ, ਟਰਾਇਲ ਦੇ ਵਿੱਚ, ਜਾਂ ਕੋਈ ਹੋਰ ਅਗਰ ਕੋਈ ਕਾਰਵਾਈ ਚੱਲ ਰਹੀ ਹੈਗੀ ਆ ਕੋਰਟ ਦੇ ਵਿੱਚ ਉਹਦੇ ਲਈ ਲੋੜੀਂਦੇ ਹੋਣ ਤਾਂ ਉਹ ਇੱਕ ਸੰਮਨ ਜਿਹੜੀ ਕੋਰਟ ਹੈਗੀ ਹੈ ਜਾਰੀ ਕਰ ਸਕਦੀ ਹੈ। ਤੇ ਅਗਰ ਜੇ ਕੋਈ ਆਫਿਸਰ ਹੋਏਗਾ ਤਾਂ ਉਹ ਇੱਕ ਆਰਡਰ ਵੀ ਸੰਮਨ ਦੇ ਥਰੂ ਭੇਜ ਸਕਦਾ ਹੈਗਾ ਕਿ ਇਹ ਜਿਹੜਾ ਕਾਗਜ਼ ਹੈ ਜਾਂ ਦਸਤਾਵੇਜ਼ ਹੈ ਇਸ ਜਗ੍ਹਾ ਦੇ ਉੱਤੇ ਜਾਂ ਇੰਨੇ ਵਜੇ ਕੋਰਟ 'ਚ ਪੇਸ਼ ਕੀਤਾ ਜਾਵੇ। ਨੰਬਰ 2 ਹੈ ਜੀ ਸਾਡੇ ਕੋਲ ਸਬ ਸੈਕਸ਼ਨ, ਕਹਿੰਦਾ ਐਨੀ ਪਰਸਨ ਰਿਕੁਆਇਰਡ ਅੰਡਰ ਦਿਸ ਸੈਕਸ਼ਨ ਮੀਅਰਲੀ ਟੂ ਪ੍ਰੋਡਿਊਸ ਏ ਡਾਕੂਮੈਂਟ। ਕਹਿੰਦਾ ਕੋਈ ਵੀ ਵਿਅਕਤੀ ਜਿਹਦੇ ਕੋਲ ਇਹ ਮੰਗ ਕੀਤੀ ਗਈ ਹੈਗੀ ਹੈ ਕਿ ਉਹ ਕੋਈ ਡਾਕੂਮੈਂਟ ਜਾਂ ਦਸਤਾਵੇਜ਼ ਪੇਸ਼ ਕਰੇ ਔਰ ਅਦਰ ਥਿੰਗ ਜਾਂ ਕੋਈ ਹੋਰ ਕੋਈ ਚੀਜ਼, shall be deemed to have complied with the requisition if he causes such document or thing to be produced instead of attending personally to produce the same। ਤਾਂ ਕਹਿੰਦਾ ਅਗਰ ਉਹ ਵਿਅਕਤੀ ਜਿਹੜਾ ਹੈਗਾ ਉਸ ਚੀਜ਼ ਨੂੰ ਜਾਂ ਉਹ ਦਸਤਾਵੇਜ਼ ਨੂੰ ਪੇਸ਼ ਕਰ ਦਿੰਦਾ ਹੈ ਦੱਸੇ ਹੋਏ ਸਮੇਂ ਦੇ ਮੁਤਾਬਕ, ਜਗ੍ਹਾ ਦੇ ਮੁਤਾਬਕ, ਤਾਂ ਉਹ ਉਸ ਜਿਹੜਾ ਸੰਮਨ ਆ ਉਹਦੀ ਤਮੀਲ
ਜਾਂ ਹੁਕਮ ਉਹਦੀ ਤਮੀਲ ਸਮਝੀ ਜਾਏਗੀ, ਬੇਸ਼ੱਕ ਉਹ ਆਪ ਖੁਦ ਪੇਸ਼ ਪਰ ਨਾ ਹੋ ਸਕਿਆ ਹੋਵੇ। ਨੰਬਰ 3 ਹੈ ਜੀ ਸਬਸੈਕਸ਼ਨ ਨਥਿੰਗ ਇਨ ਦਿਸ ਸੈਕਸ਼ਨ ਸ਼ੈਲ ਬੀ ਡੀਮਡ। ਕਹਿੰਦਾ ਇਹ ਜੋ ਵੀ ਕੁਝ ਹੈਗਾ ਇਹ ਨਹੀਂ ਮੰਨਿਆ ਜਾਏਗਾ, ਕਿਹਨਾਂ ਦੇ ਵਿੱਚ, ਕਿਸ ਨੂੰ ਇਫੈਕਟ ਪ੍ਰਭਾਵਿਤ ਨਹੀਂ ਕਰੇਗਾ। ਸਬਸੈਕਸ਼ਨ ਇਹ 'ਚ ਲਿਖਿਆ ਜੀ ਸਾਡੇ ਕੋਲ ਟੂ ਇਫੈਕਟ ਸੈਕਸ਼ਨ 123 ਐਂਡ 124 ਆਫ ਦੀ ਇੰਡੀਅਨ ਐਵੀਡੈਂਸ ਐਕਟ ਔਰ ਦੀ ਬੈਂਕਰ ਬੁੱਕਸ ਐਵੀਡੈਂਸ ਐਕਟ। ਕਹਿੰਦਾ ਕਿ ਜੋ ਸੈਕਸ਼ਨ 123 ਅਤੇ 24 ਸਾਡੇ ਕੋਲ ਇੰਡੀਅਨ ਐਵੀਡੈਂਸ ਐਕਟ ਦੇ ਹੈਗੇ ਅਤੇ ਬੈਂਕਰ ਐਕਟ ਦੇ, ਉਹਦੇ ਉੱਤੇ ਇਹ ਅਪਲਾਈ ਇਫੈਕਟ ਹੈ ਜਿਹੜਾ ਦਾ ਪ੍ਰਭਾਵ ਨਹੀਂ ਪਏਗਾ। ਤਾਂ ਹੁਣ 123 ਸਾਡੇ ਕੋਲ ਕੀ ਸੈਕਸ਼ਨ ਹੈਗਾ ਜੀ, ਕਹਿੰਦਾ ਜੀ ਐਵੀਡੈਂਸ ਐਕਟ ਦਾ ਸੈਕਸ਼ਨ 123 ਮੈਂ ਪੜ੍ਹਨ ਲੱਗਿਆ ਜੀ। ਸੈਕਸ਼ਨ 123 ਐਵੀਡੈਂਸ as to affairs of state, no one shall be permitted to give any evidence derived from unpublished official records relating to any affairs of the state except with the permission of the officer at the head of the department concerned, who shall give or withhold such permission as he thinks fit। ਤਾਂ ਕਹਿੰਦਾ ਜੇਕਰ ਕੋਈ ਸਰਕਾਰ ਰਾਜ ਸਰਕਾਰ ਦੇ ਬਾਰੇ ਕੋਈ ਅਗਰ ਕੋਈ ਗਵਾਹੀ ਹੈਗੀ ਆ ਜੋ ਕਿ ਅਨਅਫੀਸ਼ੀਅਲ ਹੈਗੀ ਆ, ਉਹਦੇ ਬਾਰੇ ਗਵਾਹੀ ਨਹੀਂ ਦੇਗਾ ਜਦ ਤੱਕ ਕਿ ਉਹਦਾ ਜਿਹੜਾ ਉੱਪਰਲਾ ਅਫਸਰ ਹੈ ਜਾਂ ਉਹਨੂੰ ਕੋਈ ਪਰਮਿਸ਼ਨ ਨਹੀਂ ਦਿੰਦਾ ਹੈਗਾ। ਤਾਂ ਜਿਹੜਾ ਉੱਪਰਲਾ ਜਿਹੜਾ ਆਫਿਸਰ ਹੈਗਾ ਉਹ ਜਿਹੜੀ ਪਰਮਿਸ਼ਨ ਹੈਗੀ ਆ ਉਹ ਇਹਦੇ ਬਾਰੇ ਸੋਚ ਵਿਚਾਰ ਕਰ ਸਕਦਾ ਹੈ ਕਿ ਦੇਣੀ ਹੈ ਜਾਂ ਨਹੀਂ ਦੇਣੀ। ਜਿਹੜਾ ਸੈਕਸ਼ਨ ਸਾਡੇ ਕੋਲ 124 ਹੈ ਜੀ ਉਹ ਕਹਿੰਦਾ ਆਫੀਸ਼ੀਅਲ ਕਮਿਊਨੀਕੇਸ਼ਨ, ਜੋ ਕਹਿੰਦਾ ਦਫ਼ਤਰੀ ਜਿਹੜੀ ਹੁੰਦੀ ਹੈ ਆਪਸ ਦੇ ਵਿੱਚ ਗੱਲਬਾਤ ਇਹਨਾਂ ਦੀ ਹੁੰਦੀ ਹੈ। ਨੋ ਪਬਲਿਕ ਆਫਿਸਰ ਕਹਿੰਦਾ ਕੋਈ ਵੀ ਜਿਹੜਾ ਪਬਲਿਕ ਅਫਸਰ ਹੋਏਗਾ ਸ਼ੈਲ ਬੀ ਕੰਪੈਲਡ to disclose communication made to him in official confidence when he considered that the public interest would suffer by this disclosure। ਤਾਂ ਕੋਈ ਵੀ ਜਿਹੜਾ ਪਬਲਿਕ ਦਾ ਜਿਹੜਾ ਕੋਈ ਅਫਸਰ ਹੈਗਾ ਵਾ ਉਹ ਤਦ ਤੱਕ ਕੋਈ ਵੀ ਜਿਹੜੀ ਕੌਨਫੀਡੈਂਸ਼ੀਅਲ ਅਗਰ ਕੋਈ ਆਪਸ ਦੇ ਵਿੱਚ ਕੋਈ ਅਫਸਰਾਂ ਦੀ ਕੋਈ ਗੱਲਬਾਤ ਹੈਗੀ ਡਿਸਕਲੋਜ਼ ਨਹੀਂ ਕਰੇਗਾ ਜੇਕਰ ਉਹ ਕਿਸੇ ਪਬਲਿਕ ਇੰਟਰਸਟ ਦੇ ਖਿਲਾਫ ਜਾਂਦੀ ਹੈ। ਤਾਂ ਇਸ ਤਰੀਕੇ ਦੇ ਨਾਲ 123 ਅਤੇ 24 ਦੇ ਐਵੀਡੈਂਸ ਐਕਟ ਦੇ ਉੱਤੇ ਇਹਦਾ ਕੋਈ ਪ੍ਰਭਾਵ ਇਸ ਸੈਕਸ਼ਨ ਦਾ ਨਹੀਂ ਹੋਵੇਗਾ। ਨੰਬਰ ਬੀ ਹੈ ਜੀ ਕਹਿੰਦਾ ਟੂ ਅਪਲਾਈ ਟੂ ਅ ਲੈਟਰ, ਪੋਸਟ ਕਾਰਡ, ਟੈਲੀਗ੍ਰਾਮ ਔਰ ਅਦਰ ਡਾਕੂਮੈਂਟ ਔਰ ਪਾਰਸਲ ਔਰ ਥਿੰਗ ਇਨ ਦਾ ਕਸਟਡੀ ਆਫ ਦੀ ਪੋਸਟਲ ਔਰ ਟੈਲੀਗ੍ਰਾਫ ਅਥਾਰਟੀ। ਇਸੇ ਤਰੀਕੇ ਦੇ ਨਾਲ ਹੀ ਇਹਦਾ ਜਿਹੜਾ ਪ੍ਰਭਾਵ ਹੈਗਾ ਵਾ ਉਹ ਕਿਸੇ ਚਿੱਠੀ ਦੇ ਉੱਤੇ, ਪੋਸਟ ਕਾਰਡ ਦੇ ਉੱਤੇ ਜਾਂ ਟੈਲੀਗ੍ਰਾਮ ਦੇ ਉੱਤੇ ਜਾਂ ਕਿਸੇ ਹੋਰ ਕੋਈ ਡਾਕੂਮੈਂਟ ਜਿਹੜਾ ਹੈਗਾ ਕਿ ਜਿਹੜਾ ਕਬਜ਼ੇ 'ਚ ਹੈਗਾ ਪੋਸਟਲ ਜਾਂ ਟੈਲੀਗ੍ਰਾਫ ਅਥਾਰਟੀ ਦੇ ਕੋਲ, ਉੱਤੇ ਉਹਨੂੰ ਪ੍ਰਭਾਵਿਤ ਨਹੀਂ ਕਰੇਗਾ। ਹੁਣ ਇਸ ਤੋਂ ਅੱਗੇ ਜੇ ਅਸੀਂ ਸੈਕਸ਼ਨ ਪੜਾਂਗੇ ਜੀ 92, ਤਾਂ ਉਹਦੇ ਵਿੱਚ ਸਾਡੇ ਕੋਲ ਐਕਸੈਪਸ਼ਨ ਹੈਗੀ ਇੱਕ ਕਹਿੰਦਾ ਪ੍ਰੋਸੀਜਰ ਐਜ਼ ਟੂ ਲੈਟਰਸ ਐਂਡ ਟੈਲੀਗ੍ਰਾਮਸ। ਕਹਿੰਦਾ ਪੱਤਰ ਅਤੇ ਜਿਹੜੇ ਟੈਲੀਗ੍ਰਾਮ ਹੁੰਦੇ ਆ ਉਹਦੇ ਲਈ ਕੀ ਕਾਰਵਾਈ ਕੀਤੀ ਜਾ ਸਕਦੀ ਹੈਗੀ ਆ। ਨੰਬਰ 1 ਹੈ ਜੀ ਕਹਿੰਦਾ ਇਫ ਐਨੀ ਡਾਕੂਮੈਂਟ, ਅਗਰ ਕਹਿੰਦਾ ਕੋਈ ਜਿਹੜਾ ਡਾਕੂਮੈਂਟ ਕੋਈ ਦਸਤਾਵੇਜ਼ ਹੈਗਾ ਪਾਰਸਲ ਔਰ ਥਿੰਗ ਇਨ ਦਾ ਕਸਟਡੀ ਆਫ ਪੋਸਟਲ ਔਰ ਟੈਲੀਗ੍ਰਾਫ ਅਥਾਰਟੀ। ਕਹਿੰਦਾ ਜੇਕਰ ਕੋਈ ਇਹੋ ਜਿਹਾ ਕਾਗਜ਼ ਪੱਤਰ ਜੋ ਕਿ ਜਾਂ ਪਾਰਸਲ ਹੈਗਾ ਜਿਹੜਾ ਕਿ ਪੋਸਟਲ ਡਿਪਾਰਟਮੈਂਟ ਦੇ ਕੋਲ ਜਾਂ ਟੈਲੀਗ੍ਰਾਫ ਅਥਾਰਟੀ ਦੇ ਕੋਲ ਹੈਗਾ ਇਨ ਦੀ ਓਪੀਨੀਅਨ ਆਫ ਦੀ ਡਿਸਟ੍ਰਿਕਟ ਮੈਜਿਸਟ੍ਰੇਟ, ਜਿੱਥੇ ਜ਼ਿਲ੍ਹਾ ਮੁਕਦੀਸ਼ ਜਿਹੜਾ ਹੈਗਾ ਉਹਨੂੰ ਲੱਗਦਾ ਜਾਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੈ ਜਾਂ ਕੋਰਟ ਆਫ ਸੈਸ਼ਨ ਹੈ ਜਾਂ ਹਾਈ ਕੋਰਟ ਹੈ, ਵਾਂਟਡ ਫॉर ਦੀ ਪਰਪਸ ਆਫ ਐਨ ਇਨਵੈਸਟੀਗੇਸ਼ਨ, ਇਨਕੁਆਇਰੀ, ਟ੍ਰਾਇਲ ਔਰ ਅਦਰ ਪ੍ਰੋਸੀਡਿੰਗ। ਜੇਕਰ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਅਤੇ ਜਾਂ ਕੋਰਟ ਆਫ ਸੈਸ਼ਨ ਜਾਂ ਹਾਈ ਕੋਰਟ ਨੂੰ ਲੱਗਦਾ ਕਿ ਕਿਸੇ ਮਾਮਲੇ ਦੇ ਵਿੱਚ ਇਹਦੀ ਖਾਸ ਜ਼ਰੂਰਤ ਹੈਗੀ ਹੈ, ਇਨਵੈਸਟੀਗੇਸ਼ਨ ਦੇ ਵਿੱਚ, ਇਨਕੁਆਇਰੀ ਦੇ ਵਿੱਚ, ਟ੍ਰਾਇਲ ਦੇ ਵਿੱਚ ਜਾਂ ਕਿਸੇ ਹੋਰ ਕੋਈ ਕਾਰਵਾਈ ਦੀ ਕੋਰਟ 'ਚ ਚੱਲ ਰਹੀ ਹੈ, ਇਸ ਐਕਟ ਇਸ ਕੋਡ ਦੇ ਥੱਲੇ CRPC ਦੇ ਥੱਲੇ ਸੱਚ ਮੈਜਿਸਟ੍ਰੇਟ ਔਰ ਕੋਰਟ ਮੇ ਰਿਕੁਆਇਰ ਦੀ ਪੋਸਟਲ ਔਰ ਟੈਲੀਗ੍ਰਾਫ ਅਥਾਰਟੀ ਐਜ਼ ਦਾ ਕੇਸ ਮੇ ਬੀ ਟੂ ਡਿਲੀਵਰ ਦੀ ਡਾਕੂਮੈਂਟ। ਤਾਂ ਉਹ ਜਿਹੜਾ ਮੈਜਿਸਟ੍ਰੇਟ ਜੱਜ ਹੋਏਗਾ ਜਾਂ ਜਿਹੜੀ ਕੋਰਟ ਹੋਏਗੀ ਉਹ ਪੋਸਟਲ ਅਤੇ ਟੈਲੀਗ੍ਰਾਫ ਅਥਾਰਟੀ ਜਿਸ ਦੇ ਕੋਲ ਹੋਏਗੀ ਉਹਨੂੰ ਕਹਿ ਸਕਦੀ ਹੈ ਕਿ ਇਹ ਜਿਹੜਾ ਦਸਤਾਵੇਜ਼ ਹੈ ਸਾਡੇ ਕੋਲ ਪੇਸ਼ ਕੀਤਾ ਜਾਵੇ, ਪਾਰਸਲ ਜਾਂ ਦਸਤਾਵੇਜ਼ ਔਰ ਕੋਈ ਚੀਜ਼ ਟੂ ਸੱਚ ਪਰਸਨ ਐਜ਼ ਦਾ ਮੈਜਿਸਟ੍ਰੇਟ ਕੋਰਟ ਡਾਇਰੈਕਟਸ, ਜਿਸ ਤਰ੍ਹਾਂ ਕਿ ਜੱਜ ਜਾਂ ਕੋਰਟ ਹੈ ਜਿਹੜੀ ਡਾਇਰੈਕਟ ਕਰੇਗੀ। ਸਬਸੈਕਸ਼ਨ 2 ਹੈ ਜੀ ਸਾਡੇ ਕੋਲ। ਹੁਣ ਇਹ 'ਚ ਕੀ ਲਿਖਿਆ ਜੀ ਕਹਿੰਦਾ ਇਫ ਐਨੀ ਸੱਚ ਡਾਕੂਮੈਂਟ, ਕਹਿੰਦਾ ਅਗਰ ਉਹ ਜਿਹੜਾ ਦਸਤਾਵੇਜ਼ ਹੈਗਾ ਜਾਂ ਪਾਰਸਲ ਹੈ ਜਾਂ ਕੋਈ ਚੀਜ਼ ਹੈਗੀ ਆ ਪਾਰਸਲ ਔਰ ਥਿੰਗ ਇਜ਼ ਇਨ ਦਾ ਓਪੀਨੀਅਨ ਆਫ ਐਨੀ ਅਦਰ ਮੈਜਿਸਟ੍ਰੇਟ, ਕਹਿੰਦਾ ਅਗਰ ਹੋਰ ਕਿਸੇ ਜੱਜ ਨੂੰ, ਮੈਜਿਸਟ੍ਰੇਟ ਨੂੰ ਲੱਗਦਾ ਹੈ ਵੈਦਰ ਐਗਜ਼ੈਕਟਿਵ ਔਰ ਜੁਡੀਸ਼ੀਅਲ, ਚਾਹੇ ਉਹ ਕਾਰਜਕਾਰੀ ਹੈ ਜਾਂ ਜੁਡੀਸ਼ੀਅਲ ਹੈ, ਔਰ ਆਫ ਐਨੀ ਕਮਿਸ਼ਨਰ ਆਫ ਪੁਲਿਸ, ਜਾਂ ਕਹਿੰਦਾ ਪੁਲਿਸ ਦੇ ਕਮਿਸ਼ਨਰ ਹੈ, ਔਰ ਡਿਸਟ੍ਰਿਕਟ ਸੁਪਰਡੈਂਟੈਂਟ ਆਫ ਪੁਲਿਸ, ਜਾਂ ਉਹ ਡਿਸਟ੍ਰਿਕਟ ਸੁਪਰਡੈਂਟ ਆਫ ਪੁਲਿਸ ਹੈ, ਵਾਂਟਡ ਫॉर ਐਨੀ ਸੱਚ ਪਰਪਸ, ਉਹਨੂੰ ਕਿਸੇ ਪਰਪਸ ਦੇ ਲਈ ਕਿਸੇ ਵਿਸ਼ੇ ਲਈ ਚਾਹੀਦਾ ਹੈਗਾ,
ਹੀ ਮੇ ਰਿਕੁਆਇਰ ਦੀ ਪੋਸਟਲ ਔਰ ਟੈਲੀਗ੍ਰਾਫ ਅਥਾਰਟੀ, ਤਾਂ ਉਹ ਟੈਲੀਗ੍ਰਾਫ ਅਥਾਰਟੀ ਜਾਂ ਪੋਸਟਲ ਜਿਹੜਾ ਦਫ਼ਤਰ ਹੈ ਉਹਨੂੰ ਕਹਿ ਸਕਦਾ ਹੈ। ਐਜ਼ ਦਾ ਕੇਸ ਮੇ ਵੀ, ਜਿਸ ਤਰ੍ਹਾਂ ਦਾ ਵੀ ਕੋਈ ਵਿਸ਼ਾ ਹੋਏਗਾ। ਟੂ ਕਾਜ਼ ਸਰਚ ਟੂ ਬੀ ਮੇਡ ਐਂਡ ਫਾਰ ਟੂ ਡਿਟੇਨ ਸੱਚ ਡਾਕੂਮੈਂਟ, ਵੀ ਉਹ ਜਿਹੜਾ ਕੋਈ ਡਾਕੂਮੈਂਟ ਉਹਨਾਂ ਦੇ ਕਬਜ਼ੇ ਦੇ ਵਿੱਚ ਹੈਗਾ ਵਾ ਅਥਾਰਟੀ ਦੇ, ਉਹਨਾਂ ਦੀ ਜਿਹੜੀ ਹੈਗੀ ਆ ਉੱਥੇ ਭਾਲ ਕੀਤੀ ਜਾ ਸਕਦੀ ਹੈਗੀ ਆ, ਜਾਂ ਉਸ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਜਿਹੜਾ ਡਾਕੂਮੈਂਟ ਹੈ ਜਾਂ ਕੋਈ ਪਾਰਸਲ ਉਹਨੂੰ ਰੋਕਿਆ ਜਾਵੇ। ਪਾਰਸਲ ਔਰ ਥਿੰਗ ਪੈਂਡਿੰਗ ਇਨ ਦੀ ਆਰਡਰ ਆਫ ਅ ਡਿਸਟ੍ਰਿਕਟ ਮੈਜਿਸਟ੍ਰੇਟ ਥਿੰਗ ਚੀਫ ਜਸਟਿਸ ਮੈਜਿਸਟ੍ਰੇਟ ਔਰ ਕੋਰਟ ਅੰਡਰ ਸਬਸੈਕਸ਼ਨ 1, ਜੋ ਕਿ ਕੋਰਟ ਸਬਸੈਕਸ਼ਨ 1 ਦੇ ਤਹਿਤ ਜੇਕਰ ਕੋਈ ਇਹੋ ਜਿਹਾ ਕੋਈ ਡਾਕੂਮੈਂਟ ਜਾਂ ਕੋਈ ਕਾਗਜ਼ ਜਾਂ ਕੋਈ ਪਾਰਸਲ ਹੈ ਤਾਂ ਉਸ ਨੂੰ ਰੋਕਿਆ ਜਾ ਸਕਦਾ, ਉਸ ਨੂੰ ਰੱਖਿਆ ਜਾ ਸਕਦਾ ਹੈ ਪੋਸਟਲ ਡਿਪਾਰਟਮੈਂਟ ਜਾਂ ਟੈਲੀਗ੍ਰਾਫ ਅਥਾਰਟੀ ਕੋਲ ਹੈ, ਜਿਹਦੇ ਬਾਰੇ ਕਿ ਕੋਰਟ ਜਾਂ ਕਿਸੇ ਹੋਰ ਕੋਰਟ ਦੇ ਕੋਲ ਜੇਕਰ ਕੋਈ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਪੈਂਡਿੰਗ ਹੈ, ਜਿਹਦੇ ਨਾਲ ਉਹਦਾ ਲਿੰਕ ਹੈ। ਤਾਂ ਹਾਂਜੀ, ਇਸ ਤਰੀਕੇ ਦੇ ਨਾਲ ਅੱਜ ਅਸੀਂ ਜਿਹੜਾ ਹੈਗਾ ਸਮਨਸ ਪਾਰਟ ਏ ਜਿਹੜਾ ਹੈਗਾ ਵਾ ਚੈਪਟਰ 7 ਦਾ ਸਮਨਸ ਟੂ ਪ੍ਰੋਡਿਊਸ ਅਸੀਂ ਅੱਜ ਕੀਤਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਕੋਈ ਦਸਤਾਵੇਜ਼, ਕੋਈ ਚੀਜ਼ ਜਾਂ ਕੋਈ ਕਾਗਜ਼ ਜੇਕਰ ਹੈਗਾ ਪੇਸ਼ ਕਰਨਾ ਹੋਏਗਾ ਤਾਂ ਉਹ ਕਿਸ ਤਰੀਕੇ ਦੇ ਨਾਲ ਕੰਪੈਲ ਕੀਤਾ, ਮਜਬੂਰ ਕੀਤਾ ਜਾ ਸਕਦਾ ਹੈਗਾ ਕਿਸੇ ਵਿਅਕਤੀ ਨੂੰ ਪੇਸ਼ ਕਰਨ ਲਈ ਅਦਾਲਤ ਵਿੱਚ ਜਾਂ ਕਿਸੇ ਹੋਰ ਅਫਸਰ ਅਥਾਰਟੀ ਦੇ ਕੋਲ। ਥੈਂਕ ਯੂ ਫਰੈਂਡਸ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।